Hello everyone, this is Kiran Matharu, your online teacher. First of all, I welcome you all on your own YouTube channel, Your Classroom at Home. I really wanted to thank you all for watching our video lessons. As you know, we have already completed our syllabus up to August. So for this, you have to subscribe our YouTube channel and press the bell icon so that you can get all the notifications of coming videos. Once again, thank you so much. हाँ जी बेटा, ਅੱਜ ਆਪਾਂ ਨੈਕਸਟ ਚੈਪਟਰ ਸਟਾਰਟ ਕਰਾਂਗੇ 26th ਮੁੱਢਲੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਮੁੱਢਲੇ ਕਰਤੱਵ। ਹਾਂਜੀ, ਹੁਣ ਇਹ ਸਾਰਾ ਚੈਪਟਰ ਜਿਹੜਾ ਇਹ ਹੈਗਾ ਆਪਣਾ ਉਹ ਅਧਿਕਾਰਾਂ ਨਾਲ ਰਿਲੇਟਡ ਆ, ਠੀਕ ਹੈ। ਤੇ ਅਧਿਕਾਰਾਂ ਦੇ ਨਾਲ ਹੀ ਆਪਣੇ ਕਰਤੱਵ ਵੀ ਜੁੜੇ ਹੁੰਦੇ ਆ, ਉਹਦੇ ਨਾਲ ਰਿਲੇਟਡ ਆ। ਤਾਂ ਆਪਾਂ ਇਹਦੇ ਵਿੱਚੋਂ MCQs ਕਰਾਂਗੇ, ਠੀਕ ਹੈ। ਇਸ ਤੋਂ ਪਹਿਲਾਂ ਆਪਾਂ 4 ਚੈਪਟਰ ਜਿਓਗ੍ਰਾਫੀ ਦੇ MCQs ਕਰ ਚੁੱਕੇ ਹਾਂ ਤੇ ਇਹ ਸਿਵਿਕਸ ਦਾ ਆਪਣਾ ਸੈਕਿੰਡ ਲੈਸਨ ਹੈ, ठीक है, जोड़ा कि तुहाडे अगस्त तक के सिलेबस के विचों आ। तो ये एग्जाम जोड़े 21 सितंबर तो स्टार्ट हो रहे हैं, तो वो लिए तुहाडे लिए बहुत यूजफुल होणगे। ध्यान दे नाल देख लो। फर्स्ट क्वेश्चन हैगा, ये अधिकार संयुक्त राज अमरीका के संविधान के आधार पर दर्ज किए गए हैं। कि तुसीं दस सकते हो कि ये अधिकार भारतीय संविधान विच किस अनुच्छेद तो किस अनुच्छेद तक दर्ज हैं। हाँ जी, हुण जिहड़े मौलिक अधिकार आपां नूं संविधान दे विच मिले होए आ ਉਹ ਕਿੰਨੇ ਤੋਂ ਕਿੰਨੇ ਅਨੁਛੇਦ ਤੱਕ ਆਪਾਂ ਨੂੰ ਮਿਲੇ ਹੋਏ ਆ। 4 ਆਪਸ਼ਨਸ ਦਿੱਤੀਆਂ ਹੋਈਆਂ ਤੇ ਇਹਨਾਂ ਵਿੱਚੋਂ ਸਹੀ ਆਪਸ਼ਨ ਹੈਗੀ ਆ ਅਨੁਛੇਦ 14 ਤੋਂ 32 ਤੱਕ। ਤੇ ਆਪਾਂ ਅਧਿਕਾਰਾਂ ਬਾਰੇ ਹੋਰ ਥੋੜੀ ਜਿਹੀ ਡਿਟੇਲ 'ਚ ਦੇਖ ਲੈਂਦੇ ਆ। ਹਾਂਜੀ, ਹੁਣ ਹੈਗਾ ਕਿ ਮਨੁੱਖੀ ਵਿਕਾਸ ਦੇ ਲਈ ਕੁਝ ਸਹੂਲਤਾਂ ਦੀ ਜ਼ਰੂਰਤ ਹੁੰਦੀ ਹੈ ਤੇ ਇਹ ਸਹੂਲਤਾਂ ਸਾਨੂੰ ਸਮਾਜ ਵਿੱਚੋਂ ਹੀ ਮਿਲ ਸਕਦੀਆਂ, ਠੀਕ ਹੈ। ਤੇ ਇਹਨਾਂ ਸਹੂਲਤਾਂ ਨੂੰ ਹੀ ਅਧਿਕਾਰਾਂ ਦਾ ਨਾਮ ਦਿੱਤਾ ਜਾਂਦਾ ਹੈ। ਇਹ ਅਧਿਕਾਰ ਸਮਾਜ ਦੇ ਵੱਲੋਂ ਪ੍ਰਵਾਨ ਹੋਣੇ ਚਾਹੀਦੇ ਹਨ ਤੇ ਅਧਿਕਾਰ ਦਾ ਅਰਥ ਅਧਿਕਾਰ ਮਨੁੱਖ ਦੀਆਂ ਉਹ ਜਾਇਜ਼ ਮੰਗਾਂ ਹਨ ਜੋ ਉਸਦੇ ਵਿਕਾਸ ਅਤੇ ਕਲਿਆਣ ਲਈ ਜ਼ਰੂਰੀ ਹਨ ਤੇ ਇਹਨਾਂ ਅਧਿਕਾਰਾਂ ਨੂੰ ਸਮਾਜ ਜਾਂ ਰਾਜ ਉਚਿਤ ਸਮਝਦਾ ਹੋਵੇ। ਇਹ ਤਾਂ ਹੋ ਗਈ ਅਧਿਕਾਰ ਦੀ ਡੈਫੀਨੇਸ਼ਨ ਕਿ ਅਧਿਕਾਰ ਉਹ ਜਾਇਜ਼ ਮੰਗਾਂ ਹਨ, ਠੀਕ ਹੈ, ਜੋ ਮਨੁੱਖ ਦੇ ਵਿਕਾਸ ਤੇ ਕਲਿਆਣ ਲਈ ਜ਼ਰੂਰੀ ਹਨ, ਠੀਕ ਹੈ। ਇਹ ਅਧਿਕਾਰ ਦੀ ਡੈਫੀਨੇਸ਼ਨ ਹੈ। ਤੇ ਉਸ ਤੋਂ ਬਾਅਦ ਆ ਗਿਆ ਕਿ ਅਧਿਕਾਰਾਂ ਦੀਆਂ ਕਈ ਸ਼੍ਰੇਣੀਆਂ ਹੁੰਦੀਆਂ ਹਨ, ਠੀਕ ਹੈ। ਤੇ ਜਿਨ੍ਹਾਂ ਵਿੱਚ ਮੁੱਖ ਮੂਲ ਜਾਂ ਮੁੱਢਲੇ ਅਧਿਕਾਰ ਹੁੰਦੇ ਆ ਤੇ ਮੁੱਢਲੇ ਅਧਿਕਾਰ ਉਹ ਹੁੰਦੇ ਆ ਜੋ ਵਿਅਕਤੀ ਦੀ ਸਰੀਰਕ, ਮਾਨਸਿਕ, ਨੈਤਿਕ, ਸੱਭਿਆਚਾਰਕ ਭਾਵ ਉਸਦੇ ਬਹੁਪੱਖੀ ਵਿਕਾਸ ਦੇ ਲਈ ਜ਼ਰੂਰੀ ਹੁੰਦੇ ਹਨ, ਠੀਕ ਹੈ। ਸੋ ਮੌਲਿਕ ਅਧਿਕਾਰ ਕੀ ਹੁੰਦੇ ਆ? ਮੌਲਿਕ ਜਾਂ ਮੁੱਢਲੇ ਅਧਿਕਾਰ ਕਿ ਜੋ ਵਿਅਕਤੀ ਦੀ ਸਰੀਰਕ, ਮਾਨਸਿਕ, ਨੈਤਿਕ, ਸੱਭਿਆਚਾਰਕ, ਠੀਕ ਹੈ, ਤੇ ਉਸਦੇ ਬਹੁਪੱਖੀ ਵਿਕਾਸ ਦੇ ਲਈ ਜ਼ਰੂਰੀ ਹੁੰਦੇ ਆ। ਤੇ ਮੌਲਿਕ ਅਧਿਕਾਰ ਉਹ ਹਨ ਜਿਨ੍ਹਾਂ ਨੂੰ ਦੇਸ਼ ਦੇ ਸਰਵਉੱਚ ਕਾਨੂੰਨ ਭਾਵ ਸੰਵਿਧਾਨ ਵਿੱਚ ਅੰਕਿਤ ਕੀਤਾ ਗਿਆ ਹੁੰਦਾ, ਠੀਕ ਹੈ। ਤੇ ਮੌਲਿਕ ਅਧਿਕਾਰ ਦੇਸ਼ ਦੇ ਸੰਵਿਧਾਨ ਵਿੱਚ ਦਰਜ ਹੁੰਦੇ ਆ ਤੇ ਉਹਨਾਂ ਦੀ ਸੁਰੱਖਿਆ ਕਰਨ ਲਈ ਸੰਵਿਧਾਨਿਕ ਉਪਚਾਰਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੁੰਦਾ ਹੈ। ਭਾਰਤੀ ਸੰਵਿਧਾਨ ਵਿੱਚ ਇਹ ਅਧਿਕਾਰ ਅਮਰੀਕਾ ਦੇ ਸੰਵਿਧਾਨ ਦੇ ਆਧਾਰ ਤੇ ਦਰਜ ਕੀਤੇ ਗਏ ਹਨ। ਹੁਣ ਕਲੀਅਰ ਹੋ ਗਿਆ ਕਿ ਜਿਹੜੇ ਆਪਾਂ ਨੂੰ ਅਧਿਕਾਰ ਮਿਲੇ ਆ ਭਾਰਤੀ ਸੰਵਿਧਾਨ ਦੇ ਵਿੱਚ ਉਹ ਅਧਿਕਾਰ ਸੰਯੁਕਤ ਰਾਜ ਅਮਰੀਕਾ ਦੇ ਸੰਵਿਧਾਨ ਦੇ ਅਨੁਸਾਰ ਹੀ ਦਿੱਤੇ ਗਏ ਆ ਤੇ ਇਹ ਅਧਿਕਾਰ ਅਨੁਛੇਦ 14 ਤੋਂ 32 ਤੱਕ ਦਰਜ ਹਨ। ਇਹ ਸਾਰੇ ਕੁਐਸਚਨਸ ਆ ਸਕਦੇ ਆ ਕਿ ਅਧਿਕਾਰ ਜਿਹੜੇ ਆ ਮੌਲਿਕ ਅਧਿਕਾਰ ਉਹ ਕਿੰਨੇ ਤੋਂ ਕਿੰਨੇ ਅਨੁਛੇਦ, ਜਿਹੜਾ ਆਪਾਂ ਪਿੱਛੇ ਹੁਣੇ ਕੁਐਸਚਨ ਕਰਕੇ ਆਏ ਆ, ਕਿੰਨੇ ਅਨੁਛੇਦ ਤੋਂ ਕਿੰਨੇ ਅਨੁਛੇਦ ਤੱਕ ਦਰਜ ਹੈ? 14 ਤੋਂ 32 ਤੱਕ, ਠੀਕ ਹੈ। ਤੇ ਇਹਨਾਂ ਅਧਿਕਾਰਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? 6 ਭਾਗਾਂ ਵਿੱਚ, ਠੀਕ ਹੈ। ਹੁਣ ਇਹ ਅਧਿਕਾਰ ਕਿਹੜੇ ਕਿਹੜੇ ਆ ਧਿਆਨ ਨਾਲ ਦੇਖ ਲਓ। ਸਮਾਨਤਾ ਦਾ ਅਧਿਕਾਰ, ਸਿੱਖਿਆ ਦਾ ਅਧਿਕਾਰ 21A, ਸ਼ੋਸ਼ਣ ਵਿਰੁੱਧ ਅਧਿਕਾਰ, ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਸੱਭਿਆਚਾਰਕ ਅਤੇ ਵਿਦਿਅਕ ਅਧਿਕਾਰ, ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ, ਠੀਕ ਹੈ। ਹਾਂਜੀ, ਦਸੰਬਰ 2002 ਵਿੱਚ ਇੱਕ ਸੰਵਿਧਾਨਿਕ ਸੋਧ ਰਾਹੀਂ ਸਿੱਖਿਆ ਦਾ ਅਧਿਕਾਰ ਵੀ ਇਹਨਾਂ ਅਧਿਕਾਰਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੇ ਇਸ ਅਧਿਕਾਰ ਨੂੰ ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਹੀ 21A ਅਨੁਛੇਦ ਦੇ ਅਧੀਨ ਦਰਜ ਕੀਤਾ ਗਿਆ। ਇਹ ਤੁਸੀਂ ਯਾਦ ਰੱਖਣਾ ਕਿ ਇੱਕ ਨਵਾਂ ਅਧਿਕਾਰ 2002 ਵਿੱਚ ਦਸੰਬਰ 2002 ਦੇ ਵਿੱਚ ਇੱਕ ਸੋਧ ਕਰਕੇ, ਸੰਵਿਧਾਨਿਕ ਸੋਧ ਕਰਕੇ ਸ਼ਾਮਿਲ ਕੀਤਾ ਗਿਆ ਜਿਹਨੂੰ ਆਪਾਂ ਸਿੱਖਿਆ ਦਾ ਅਧਿਕਾਰ ਕਹਿੰਦੇ ਆ, ਠੀਕ ਹੈ। ਤੇ ਇਹ ਕਿਹੜੇ ਅਧਿਕਾਰ ਦੇ ਅਧੀਨ ਹੀ ਦਿੱਤਾ ਗਿਆ? ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਹੀ ਦਿੱਤਾ ਗਿਆ ਤੇ ਉਹਦੇ ਵਿੱਚ ਹੀ ਇੱਕ ਆਰਟੀਕਲ ਨਵਾਂ ਐਡ ਕਰਕੇ ਅਨੁਛੇਦ 21A ਐਡ ਕਰਕੇ ਉਹਦੇ ਅੰਡਰ ਦਿੱਤਾ ਗਿਆ, ਠੀਕ ਹੈ। ਕੁਐਸਚਨ ਨੰਬਰ 2, ਸਾਲ 2002 ਵਿੱਚ ਸੰਵਿਧਾਨ ਦੀ 86ਵੀਂ ਸੋਧ ਰਾਹੀਂ ਇਹ ਅਧਿਕਾਰ ਦਿੱਤਾ ਗਿਆ ਸੀ। ਇਸ ਨੂੰ ਅਮਲੀ ਰੂਪ ਦੇਣ ਲਈ 2009 ਵਿੱਚ ਐਕਟ ਪਾਸ ਕੀਤਾ ਗਿਆ ਸੀ। ਅਪ੍ਰੈਲ 2010 ਦੇ ਵਿੱਚ ਸਾਰੇ ਭਾਰਤ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਸੀ ਤੇ ਇਹ ਅਧਿਕਾਰ ਕਿਹੜਾ ਸੀ, ਠੀਕ ਹੈ। ਤੇ ਹੋਰ 4 ਆਪਸ਼ਨ ਦਿੱਤੀਆਂ ਹੋਈਆਂ, ਇਹਨਾਂ ਵਿੱਚੋਂ ਕਿਹੜਾ ਅਧਿਕਾਰ ਸੀ? ਇਹ ਸਿੱਖਿਆ ਦਾ ਅਧਿਕਾਰ। ਇਹਨੂੰ ਹੁਣ ਆਪਾਂ ਇੱਕ ਵਾਰੀ ਡਿਟੇਲ ਦੇ ਵਿੱਚ ਦੇਖ ਲੈਂਦੇ ਹਾਂ।
ਸਿੱਖਿਆ ਦੇ ਅਧਿਕਾਰ ਨੂੰ, ਕਿਉਂਕਿ ਇਹ ਤੁਹਾਡੇ ਨਾਲ ਰਿਲੇਟਡ ਹੈਗਾ ਇਹ, ਹੈ ਨਾ। ਜ਼ਰੂਰੀ ਤੇ ਮੁਫਤ ਸਿੱਖਿਆ ਦਾ ਅਧਿਕਾਰ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਕਰਕੇ ਭਾਰਤ ਉਹਨਾਂ 135 ਦੇਸ਼ਾਂ ਵਿੱਚ ਆ ਗਿਆ ਜਿਨ੍ਹਾਂ ਨੇ ਇਹ ਅਧਿਕਾਰ ਆਪਣੇ ਨਾਗਰਿਕਾਂ ਜਾਂ ਬੱਚਿਆਂ ਨੂੰ ਦਿੱਤਾ ਹੈ। ਠੀਕ ਹੈ, ਸੋ ਪੂਰੇ ਵਰਲਡ ਦੇ ਵਿੱਚ 135 ਦੇਸ਼ ਹੈ ਜਿਨ੍ਹਾਂ ਨੇ ਸਿੱਖਿਆ ਦਾ ਅਧਿਕਾਰ ਆਪਣੇ ਦੇਸ਼ ਦੇ ਵਿੱਚ ਦਿੱਤਾ ਹੋਇਆ ਹੈ, ਤੇ ਭਾਰਤ ਵੀ ਉਹਨਾਂ ਵਿੱਚੋਂ ਇੱਕ ਹੈ। ਦਸੰਬਰ 2002 ਦੇ ਵਿੱਚ ਸੰਵਿਧਾਨ ਦੇ ਵਿੱਚ 86ਵੀਂ ਸੋਧ ਕੀਤੀ ਗਈ ਅਤੇ ਮੌਲਿਕ ਅਧਿਕਾਰਾਂ 'ਚ ਅਨੁਛੇਦ 21A ਦਰਜ ਕਰਕੇ 6 ਤੋਂ 14 ਸਾਲ ਦੇ ਹਰੇਕ ਬੱਚੇ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ। ਇਸ ਨੂੰ ਅਮਲੀ ਰੂਪ ਦੇਣ ਲਈ ਲਾਜ਼ਮੀ ਤੇ ਮੁਫਤ ਸਿੱਖਿਆ ਦਾ ਅਧਿਕਾਰ ਐਕਟ 2009 ਪਾਸ ਕੀਤਾ ਗਿਆ। ਇਸ ਪ੍ਰਕਾਰ ਅਪ੍ਰੈਲ 2010 ਤੋਂ ਸਾਰੇ ਭਾਰਤ ਦੇ ਵਿੱਚ ਇਹ ਐਕਟ ਲਾਗੂ ਹੋ ਚੁੱਕਾ ਹੈ ਤੇ ਹਰੇਕ ਭਾਰਤੀ ਬੱਚਾ ਜੋ 6 ਤੋਂ 14 ਸਾਲ ਦੇ ਆਯੂ ਗਰੁੱਪ ਵਿੱਚ ਆਉਂਦਾ ਹੈ ਮੁਫਤ ਤੇ ਲਾਜ਼ਮੀ ਮੁੱਢਲੀ ਸਿੱਖਿਆ ਭਾਵ 8ਵੀਂ ਜਮਾਤ ਤੱਕ ਪ੍ਰਾਪਤ ਕਰ ਰਿਹਾ ਹੈ। ਠੀਕ ਹੈ, ਸੋ 6 ਤੋਂ 14 ਸਾਲ ਦੇ ਸਾਰੇ ਬੱਚੇ ਜਿਹੜੇ ਆ ਉਹਨਾਂ ਨੂੰ ਸਿੱਖਿਆ ਦਾ ਅਧਿਕਾਰ ਜਿਹੜਾ ਉਹ ਦਿੱਤਾ ਗਿਆ ਹੈ। ਠੀਕ ਹੈ, ਤੁਸੀਂ ਆਹ ਸਾਰੀਆਂ ਯਾਦ ਕਰ ਲੈਣਾ ਕਿ ਕਿੰਨੇ ਦੇ ਵਿੱਚ ਕਿੰਨਵੀਂ ਸੋਧ ਹੋਈ। ਦਸੰਬਰ 2002 'ਚ 86ਵੀਂ ਸੋਧ ਹੋਈ। ਕਿਹੜਾ ਨਵਾਂ ਅਨੁਛੇਦ ਜਿਹੜਾ ਸੀ ਉਹ 'ਚ ਐਂਟਰ ਕੀਤਾ ਗਿਆ, 21A ਕੀਤਾ ਗਿਆ। ਕਿੰਨੇ ਤੋਂ ਕਿੰਨੇ ਸਾਲ ਦੇ ਬੱਚਿਆਂ ਦੇ ਲਈ, 6 ਤੋਂ 14 ਸਾਲ ਦੇ ਬੱਚਿਆਂ ਦੇ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ ਦਿੱਤਾ ਗਿਆ। ਠੀਕ ਹੈ, ਸੋ ਇੱਥੋਂ ਇਹ ਸਾਰਾ ਤੁਸੀਂ ਯਾਦ ਕਰ ਲੈਣਾ। ਨੈਕਸਟ ਕੁਐਸਚਨ ਨੰਬਰ 3, ਯਸ਼ਵਰਧਨ ਦੀ ਨਵੀਂ ਵੋਟ ਬਣੀ ਸੀ। ਬਹੁਤ ਹੀ ਉਤਸ਼ਾਹ ਨਾਲ ਉਹ ਵੋਟ ਪਾਉਣ ਗਿਆ। ਉਸ ਦਾ ਛੋਟਾ ਭਰਾ ਉਸ ਮਸ਼ੀਨ ਦਾ ਨਾਮ ਪੁੱਛਣਾ ਚਾਹੁੰਦਾ ਹੈ ਜਿਸ ਰਾਹੀਂ ਉਸਨੇ ਵੋਟ ਪਾਈ। ਯਸ਼ਵਰਧਨ ਹੇਠਾਂ ਵਿੱਚੋਂ ਕਿਹੜੀ ਮਸ਼ੀਨ ਦਾ ਨਾਮ ਦੱਸੇਗਾ। ਹਾਂਜੀ, ਹੁਣ ਯਸ਼ਵਰਧਨ ਨੇ ਪਹਿਲੀ ਵਾਰੀ ਵੋਟ ਪਾਈ ਹੈ ਨਾ, ਮਸ਼ੀਨ ਦੇ ਥਰੂ ਵੋਟ ਪਾਈ ਆ, ਤੇ ਉਸ ਮਸ਼ੀਨ ਦਾ ਨਾਮ ਕੀ ਹੈਗਾ। 4 ਆਪਸ਼ਨ ਆ, ATM, EVM, ECG ਜਾਂ LPG। ਸੋ ਉਸ ਮਸ਼ੀਨ ਦਾ ਕੀ ਨਾਮ ਹੈਗਾ, EVM, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਹੈ ਨਾ। ਹਾਂਜੀ, ਆਹ ਹੁੰਦੀ ਆ EVM। ਠੀਕ ਹੈ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ, ਇਹਨੂੰ ਹੀ ਆਪਾਂ ਕਹਿ ਦਿੰਦੇ ਆ EVM। ਠੀਕ ਹੈ, ਇਹਦੇ ਉੱਪਰ ਸਾਰੇ ਇੱਥੇ ਬਟਨਸ ਲੱਗੇ ਹੁੰਦੇ ਆ, ਅੱਗੇ ਸਾਰੇ ਇੱਥੇ ਨਿਸ਼ਾਨ ਹੁੰਦੇ ਆ, ਜਿਹਨੂੰ ਵੀ ਤੁਸੀਂ ਵੋਟ ਪਾਉਣੀ ਹੁੰਦੀ ਆ ਉਸ ਨੂੰ ਤੁਸੀਂ ਪ੍ਰੈਸ ਕਰਨਾ ਹੁੰਦਾ। ਠੀਕ ਹੈ, ਲਾਈਟ ਔਨ ਹੋ ਜਾਂਦੀ ਆ, ਤੇ ਇਸ ਤਰੀਕੇ ਨਾਲ ਇਲੈਕਟ੍ਰੋਨਿਕ ਵੇ ਦੇ ਨਾਲ ਤੁਸੀਂ ਆਪਣੀ ਵੋਟ ਕਾਸਟ ਕਰਦੇ ਆ। ਠੀਕ ਹੈ ਜੀ। ਕੁਐਸਚਨ ਨੰਬਰ 4, ਕੁਲਦੀਪ ਕੌਰ ਲੁਧਿਆਣੇ ਦੀ ਰਹਿਣ ਵਾਲੀ ਹੈ। ਉਸਦਾ ਵਿਆਹ ਪਟਿਆਲੇ ਹੋਇਆ ਹੈ। ਹੁਣ ਉਹ ਆਪਣੀ ਵੋਟ ਪਟਿਆਲਾ ਵਿਖੇ ਬਣਵਾਉਣਾ ਚਾਹੁੰਦੀ ਹੈ, ਇਸ ਲਈ ਉਸਨੂੰ ਕਿਸ ਅਧਿਕਾਰੀ ਨੂੰ ਮਿਲਣਾ ਚਾਹੀਦਾ ਹੈ। ਠੀਕ ਹੈ, ਜਦੋਂ ਵੀ ਆਪਾਂ ਨਵੀਂ ਵੋਟ ਬਣਵਾਉਣੀ ਹੁੰਦੀ ਆ ਜਾਂ ਕੁਛ ਚੇਂਜ ਕਰਵਾਉਣਾ ਹੁੰਦਾ, ਠੀਕ ਹੈ, ਤਾਂ ਆਪਾਂ ਸਭ ਤੋਂ ਪਹਿਲਾਂ ਉੱਥੇ ਕਿਹੜੇ ਅਧਿਕਾਰੀ ਨੂੰ ਮਿਲਦੇ ਆ, ਬੈਂਕ ਮੈਨੇਜਰ ਨੂੰ, ਥਾਣਾ ਮੁਖੀ ਨੂੰ, BLO ਨੂੰ ਜਾਂ ਸਰਪੰਚ ਨੂੰ। ਸੋ ਅਧਿਕਾਰੀ ਕਿਹੜਾ ਹੁੰਦਾ, BLO। ਇਹਦੀ ਫੁੱਲ ਫਾਰਮ ਕੀ ਹੁੰਦੀ BLO ਦੀ, ਬੂਥ ਲੈਵਲ ਆਫਿਸਰ। ਠੀਕ ਹੈ, ਬੂਥ ਲੈਵਲ ਆਫਿਸਰ। ਕਲੀਅਰ। ਨੈਕਸਟ ਕੁਐਸਚਨ ਨੰਬਰ 5, ਅਭਿਜੀਤ ਇਸ ਸਾਲ ਆਪਣਾ 18ਵਾਂ ਜਨਮ ਦਿਨ ਮਨਾਵੇਗਾ। ਜਨਮ ਦਿਨ ਮਨਾਉਣ ਤੋਂ ਬਾਅਦ ਉਹ ਆਪਣੀ ਵੋਟ ਬਣਵਾਉਣਾ ਚਾਹੁੰਦਾ ਹੈ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਹ ਵੋਟ ਬਣਵਾਉਣ ਸੰਬੰਧੀ ਕਿਸ ਨੂੰ ਜਾ ਕੇ ਮਿਲੇ। ਉਸ ਨੂੰ ਸੁਝਾਅ ਦਿਓ। ਇਹ ਵੀ ਸੇਮ ਉਹੀ ਕਿ ਜਦੋਂ ਤੁਸੀਂ ਵੋਟ ਬਣਵਾਉਣੀ ਆ ਤਾਂ ਕਿਹਦੇ ਕੋਲ ਜਾਓਗੇ, BLO ਦੇ ਕੋਲ ਜਾਓਗੇ, ਬੂਥ ਲੈਵਲ ਆਫਿਸਰ ਦੇ ਕੋਲ ਜਾਓਗੇ। ਠੀਕ ਹੈ, ਹਾਂਜੀ। ਨੈਕਸਟ ਕੁਐਸਚਨ ਨੰਬਰ 6, ਜੈਵੀਰ ਆਪਣੀ ਕੱਪੜੇ ਦੀ ਦੁਕਾਨ ਤੇ ਆਪਣੇ ਕਰਮਚਾਰੀ ਰਵੀ ਕੋਲੋਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬਿਨਾਂ ਛੁੱਟੀ ਦਿੱਤੇ ਲਗਾਤਾਰ ਕੰਮ ਕਰਵਾਉਂਦਾ ਹੈ। ਇਸ ਨਾਲ ਰਵੀ ਦੇ ਕਿਹੜੇ ਅਧਿਕਾਰ ਦਾ ਦੁਰਉਪਯੋਗ ਹੋਇਆ ਹੈ। ਹਾਂਜੀ, ਹੁਣ ਆਪਾਂ ਪੜ੍ਹਿਆ ਸੀ ਕਿ ਆਪਾਂ ਨੂੰ ਆਪਣੇ ਸੰਵਿਧਾਨ ਦੇ ਵਿੱਚ ਮੌਲਿਕ ਅਧਿਕਾਰ ਦਿੱਤੇ ਗਏ ਆ, ਤੇ ਉਹਨਾਂ ਦੇ ਵਿੱਚੋਂ ਹੀ ਇੱਕ ਅਧਿਕਾਰ ਜਿਹੜਾ ਆ ਉਹ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਆ। ਠੀਕ ਹੈ, ਜਿਹੜੇ ਆਪਾਂ ਨੂੰ ਅਧਿਕਾਰ ਮਿਲੇ ਹੋਏ ਆ, ਤੇ ਆਪਾਂ ਦੇਖਦੇ ਹਾਂ ਕਿ ਸ਼ੋਸ਼ਣ ਦੇ ਵਿਰੁੱਧ ਅਧਿਕਾਰ ਕਿਹੜਾ ਹੁੰਦਾ ਆ। ਹਾਂਜੀ, ਸ਼ੋਸ਼ਣ ਵਿਰੁੱਧ ਅਧਿਕਾਰ। ਸ਼ੋਸ਼ਣ ਵਿਰੁੱਧ ਅਧਿਕਾਰ ਦੇ ਵਿੱਚ ਮਨੁੱਖ ਦਾ ਵਪਾਰ ਕਰਨ, ਵੇਤਨ ਦਿੱਤੇ ਬਿਨਾਂ ਕੰਮ ਕਰਵਾਉਣ, ਦੂਜਿਆਂ ਤੋਂ ਜ਼ਬਰਦਸਤੀ ਕੰਮ ਕਰਵਾਉਣ ਦੀ ਮਨਾਹੀ ਹੈ। ਠੀਕ, ਸੋ ਇਸ ਅਧਿਕਾਰ ਦੇ ਵਿੱਚ ਇਹ ਦੱਸਿਆ ਗਿਆ ਕਿ ਮਨੁੱਖ ਦਾ ਵਪਾਰ ਨਹੀਂ ਕੀਤਾ ਜਾ ਸਕਦਾ, ਉਹਨੂੰ ਬਿਨਾਂ ਤਨਖਾਹ ਦਿੱਤੇ ਕੰਮ ਨਹੀਂ ਕਰਵਾਇਆ ਜਾ ਸਕਦਾ। ਜਿੰਨੇ ਘੰਟੇ ਦਾ ਕੰਮ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਗਿਆ ਕਿ ਇੰਨੇ ਤੋਂ ਇੰਨੇ ਘੰਟੇ ਜਿਹੜੇ ਉਹ ਕੰਮ ਕਰ ਸਕਦਾ, ਉਸ ਤੋਂ ਵੱਧ ਕੋਈ ਵੀ ਆਪਣੇ ਤੋਂ ਕੰਮ ਨਹੀਂ ਕਰਵਾ ਸਕਦਾ। ਛੁੱਟੀ ਦੀ ਵਿਵਸਥਾ ਵੀ ਕੀਤੀ ਗਈ ਹੈ ਉਹਦੇ ਵਿੱਚ। ਠੀਕ ਹੈ, ਤੇ ਜੇ ਕੋਈ ਇਸ ਤੋਂ ਵਿਰੁੱਧ ਜਾ ਕੇ ਕੋਈ ਵੀ ਕਰਦਾ ਹੈ ਤਾਂ ਉਹ ਸਾਡੇ ਫਿਰ ਕਿਹੜੇ ਅਧਿਕਾਰ ਦੀ ਉਲੰਘਣਾ ਹੁੰਦੀ ਆ, ਆਪਣੇ ਸ਼ੋਸ਼ਣ ਦੇ ਅਧਿਕਾਰ ਜਿਹੜਾ ਆਪਾਂ ਨੂੰ ਮਿਲਿਆ ਉਹਦੀ ਉਲੰਘਣਾ ਕਰਦਾ। ਠੀਕ ਹੈ,
ठीक है। सो साडा करतव्य है कि असी किसी भी प्रकार का मनुखी शोषण ना करिए, काम बदले, तनख्वाह पक्षों, काम के घंटिया पक्षों, धर्म, नस्ल, जाति, लिंग आदि पक्षों कोई भी वितकरा ना करिए, ठीक है। ये साडा फर्ज बनता, क्योंकि हरेक अधिकार के नाल एक फर्ज भी जुड़िया होया। क्लीयर हो गया। सो ये हैगा शोषण के विरुद्ध अधिकार। हाँ जी, क्वेश्चन नंबर 7, ਇਹ ਅਧਿਕਾਰ ਸਾਨੂੰ ਕੋਈ ਵੀ ਧਰਮ ਅਪਣਾਉਣ, ਮੰਨਣ, ਪ੍ਰਚਾਰ ਕਰਨ ਅਤੇ ਧਾਰਮਿਕ ਸਥਾਨ ਬਣਾਉਣ ਦੀ ਆਜ਼ਾਦੀ ਦਿੰਦਾ ਹੈ। ਕੀ ਤੁਸੀਂ ਇਸ ਅਧਿਕਾਰ ਦਾ ਨਾਮ ਦੱਸ ਸਕਦੇ ਹੋ? ਹਾਂਜੀ, ਹੁਣ ਸਾਨੂੰ ਇੱਕ ਅਧਿਕਾਰ ਮਿਲਿਆ ਹੋਇਆ ਧਾਰਮਿਕ ਸੁਤੰਤਰਤਾ ਦਾ ਅਧਿਕਾਰ, ਠੀਕ ਹੈ। ਕਿਉਂਕਿ ਸਾਡੇ ਦੇਸ਼ ਦਾ ਆਪਣਾ ਕੋਈ ਧਰਮ ਨਹੀਂ ਹੈਗਾ ਅਤੇ ਅਸੀਂ ਸਾਰੇ ਧਰਮਾਂ ਦਾ ਹੀ ਸਤਿਕਾਰ ਕਰਦੇ ਹਾਂ, ਅਤੇ ਦੇਸ਼ ਦੇ ਵਿੱਚ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਆ, ਠੀਕ ਹੈ। ਉਹਦੇ ਨਾਲ ਰਿਲੇਟਡ ਕੋਈ ਧਾਰਮਿਕ ਸਥਾਨ ਬਣਾ ਸਕਦਾ ਆ, ਮੰਨ ਸਕਦਾ ਹੈ, ਪ੍ਰਚਾਰ ਕਰ ਸਕਦਾ, ਤੇ ਇਹ ਸਾਰਾ ਕੁਝ ਆਪਾਂ ਨੂੰ ਧਾਰਮਿਕ ਸੁਤੰਤਰਤਾ ਦੇ ਅਧਿਕਾਰ ਦੇ ਅਧੀਨ ਹੀ ਦਿੱਤਾ ਗਿਆ ਹੈ, ਠੀਕ ਹੈ। ਹਾਂਜੀ, ਹੁਣ ਨੈਕਸਟ ਹੈਗਾ ਸੀ ਧਾਰਮਿਕ ਸੁਤੰਤਰਤਾ ਦਾ ਅਧਿਕਾਰ। ਸਭ ਤੋਂ ਮਹੱਤਵਪੂਰਨ ਅਧਿਕਾਰ ਜਿਹੜਾ ਉਹ ਧਰਮ ਦਾ ਅਧਿਕਾਰ ਹੈਗਾ, ਠੀਕ ਹੈ। ਇਹ ਅਧਿਕਾਰ ਸਾਰਿਆਂ ਨੂੰ ਕੋਈ ਵੀ ਧਰਮ ਮੰਨਣ, ਅਪਣਾਉਣ, ਪ੍ਰਚਾਰ ਕਰਨ ਅਤੇ ਧਾਰਮਿਕ ਸਥਾਨ ਬਣਾਉਣ ਦੀ ਆਜ਼ਾਦੀ ਦਿੰਦਾ ਹੈ, ਠੀਕ ਹੈ। ਸਾਡਾ ਕਰਤੱਵ ਹੈ ਕਿ ਇਹਨਾਂ ਆਜ਼ਾਦੀਆਂ ਦੇ ਵਿੱਚ ਅੜਿੱਕਾ ਨਾ ਬਣੀਏ। ਸਾਨੂੰ ਕੋਈ ਅਧਿਕਾਰ ਨਹੀਂ ਕਿ ਅਸੀਂ ਕਿਸੇ ਧਰਮ ਦਾ ਅਪਮਾਨ ਕਰੀਏ, ਕਿਸੇ ਧਰਮ ਸਥਾਨ ਦਾ ਅਪਮਾਨ ਕਰੀਏ, ਅਤੇ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਸਾਰੇ ਧਰਮਾਂ ਦਾ ਹੀ ਸਤਿਕਾਰ ਕਰੀਏ। ਕਲੀਅਰ ਹੋ ਗਿਆ। ਜਿੰਨੇ ਵੀ ਅਧਿਕਾਰ ਮਿਲੇ ਹੋਏ ਆ, ਸਾਰੇ ਅਧਿਕਾਰਾਂ ਨਾਲ ਆਪਾਂ ਨੂੰ ਫਰਜ਼ ਵੀ ਮਿਲੇ ਹੋਏ ਆ, ਠੀਕ ਹੈ, ਅਤੇ ਆਪਣੀਆਂ ਡਿਊਟੀਜ਼ ਵੀ ਨਾਲ ਹੀ ਬਣਦੀਆਂ ਉਹਨਾਂ ਦੇ, ਠੀਕ ਹੈ। ਕੁਐਸਚਨ ਨੰਬਰ 8, ਭਾਰਤ ਦੇ ਵਿੱਚ 6 ਸਾਲ ਤੋਂ 14 ਸਾਲ ਤੱਕ ਦੇ ਹਰ ਬੱਚੇ ਨੂੰ ਮੁਫਤ ਸਿੱਖਿਆ ਦਾ ਅਧਿਕਾਰ ਹੈ। ਇਹ ਮੁਫਤ ਸਿੱਖਿਆ ਦਾ ਐਕਟ ਅਪ੍ਰੈਲ 2010 ਵਿੱਚ ਲਾਗੂ ਕਰ ਦਿੱਤਾ ਗਿਆ ਸੀ। ਕੀ ਤੁਸੀਂ ਜਾਣਦੇ ਹੋ ਕਿ ਇਸ ਐਕਟ ਸੰਬੰਧੀ ਸਭ ਤੋਂ ਪਹਿਲਾਂ ਪ੍ਰਸਤਾਵ ਇੰਪੀਰੀਅਲ ਲੈਜਿਸਲੇਟਿਵ ਅਸੈਂਬਲੀ ਦੇ ਅੱਗੇ ਕਿਸ ਨੇ ਪੇਸ਼ ਕੀਤਾ ਸੀ? ਠੀਕ ਹੈ, ਇਹ ਚੀਜ਼ ਆਪਾਂ ਦੇਖਦੇ ਹਾਂ ਕਿਸ ਨੇ ਪੇਸ਼ ਕੀਤਾ ਸੀ। ਆਪਸ਼ਨਸ ਦੇਖ ਕੇ, ਹਾਂਜੀ, ਹੁਣ 4 ਆਪਸ਼ਨ ਦਿੱਤੀਆਂ ਹੋਈਆਂ, ਮਹਾਤਮਾ ਗਾਂਧੀ, ਗੋਪਾਲ ਕ੍ਰਿਸ਼ਨ ਗੋਖਲੇ, ਸਰਦਾਰ ਵੱਲਭ ਭਾਈ ਪਟੇਲ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ। ਸੋ ਇਹਦਾ ਆਨਸਰ ਕੀ ਹੈਗਾ? ਗੋਪਾਲ ਕ੍ਰਿਸ਼ਨ ਗੋਖਲੇ। ਇਹਨਾਂ ਨੇ ਹੀ ਸਭ ਤੋਂ ਪਹਿਲਾਂ ਲੈਜਿਸਲੇਟਿਵ ਅਸੈਂਬਲੀ ਦੇ ਵਿੱਚ ਪ੍ਰਸਤਾਵ ਜਿਹੜਾ ਸੀ ਉਹ ਪੇਸ਼ ਕੀਤਾ ਸੀ। ਸਭ ਤੋਂ ਪਹਿਲਾਂ 18 ਮਾਰਚ 1910 ਵਿੱਚ ਸ਼੍ਰੀ ਗੋਪਾਲ ਕ੍ਰਿਸ਼ਨ ਗੋਖਲੇ ਨੇ ਇੰਪੀਰੀਅਲ ਲੈਜਿਸਲੇਟਿਵ ਅਸੈਂਬਲੀ ਅੱਗੇ ਭਾਰਤ ਵਿੱਚ ਮੁਫਤ ਅਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ, ਪਰ ਇਹ ਪਾਸ ਨਹੀਂ ਹੋ ਸਕਿਆ ਸੀ, ਠੀਕ ਹੈ। ਕਦੋਂ ਕੀਤਾ ਸੀ? 18 ਮਾਰਚ 1910 ਦੇ ਵਿੱਚ, ਠੀਕ ਹੈ। ਇਹਦਾ ਮਤਲਬ 100 ਸਾਲ ਬਾਅਦ ਜਾ ਕੇ ਪਾਸ ਹੋਇਆ, ਹੈ ਨਾ। ਜਦੋਂ ਭਾਰਤ ਆਜ਼ਾਦ ਹੋਇਆ ਤਾਂ ਸੰਵਿਧਾਨਿਕ ਅਸੈਂਬਲੀ ਵਿੱਚ ਇਸ ਮੁੱਦੇ 'ਤੇ ਬਹਿਸ ਉਪਰੰਤ ਭਾਰਤ ਦੇ ਸੰਵਿਧਾਨ ਦੇ ਅਨੁਛੇਦ 45 ਜੋ ਕਿ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਦੇ ਅਧੀਨ ਹੈ ਵਿੱਚ ਰਾਜਾਂ ਨੂੰ ਨਿਰਦੇਸ਼ ਦਿੱਤੇ ਗਏ ਸੀ ਕਿ 14 ਸਾਲ ਤੱਕ ਦੇ ਬੱਚਿਆਂ ਲਈ ਰਾਜ 10 ਸਾਲਾਂ ਦੇ ਅੰਦਰ ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਬੰਧ ਕਰਨਗੇ, ਠੀਕ ਹੈ। ਸੋ 1910 ਦੇ ਵਿੱਚ ਗੋਪਾਲ ਕ੍ਰਿਸ਼ਨ ਗੋਖਲੇ ਜੀ ਨੇ ਪ੍ਰਸਤਾਵ ਪੇਸ਼ ਕੀਤਾ ਸੀ ਅਤੇ ਫਿਰ ਜਾ ਕੇ 2010 ਦੇ ਵਿੱਚ ਇਹ ਲਾਗੂ ਹੋਇਆ, ਹੈ ਨਾ। ਹਾਂਜੀ, ਸੋ ਇਹ ਸੀ ਆਪਣਾ ਇਸ ਚੈਪਟਰ ਦਾ ਲਾਸਟ ਕੁਐਸਚਨ। ਅਤੇ ਪਿਛਲੇ ਚੈਪਟਰਸ ਜਿਹੜੇ ਆਪਾਂ ਪਹਿਲਾਂ ਕਰ ਲਏ, ਜੇ ਤੁਸੀਂ ਉਹਦੇ ਵੀਡੀਓ ਲੈਸਨਸ ਅਜੇ ਤੱਕ ਨਹੀਂ ਦੇਖੇ ਤਾਂ ਉਹ ਵੀ ਪਹਿਲਾਂ ਦੇਖ ਲਓ। ਜੇ ਤੁਹਾਨੂੰ ਵਧੀਆ ਲੱਗਦੇ ਆ ਤਾਂ ਆਪਣੇ ਦੂਸਰੇ ਫਰੈਂਡਸ ਦੇ ਨਾਲ ਵੀ ਉਹਨਾਂ ਨੂੰ ਸ਼ੇਅਰ ਕਰੋ, ਠੀਕ ਹੈ। ਧਿਆਨ ਦੇ ਨਾਲ ਇਹਨੂੰ ਰਿਵਾਈਜ਼ ਕਰ ਲਓ ਅਤੇ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਵਧੀਆ ਤਰੀਕੇ ਦੇ ਨਾਲ ਕਰੋ। ਓਕੇ ਸਟੂਡੈਂਟਸ, stay home, stay safe and keep learning. Thank you so much. Take care.